ਜਲੰਧਰ 'ਚ ਇਨਸਾਨੀਅਤ ਸ਼ਰਮਸਾਰ ਕਰੋਨਾ ਮ੍ਰਿਤਕ ਦੇ ਸੰਸਕਾਰ ਦੇ ਲਈ ਨਹੀਂ ਆਇਆ ਕੋਈ ਅੱਗੇ, ਮੋਢੇ ਤੇ ਰੱਖ ਕੇ ਲਾਸ਼ ਲਿਜਾਣੀ ਪਈ ਸ਼ਮਸ਼ਾਨ ਘਾਟ। ਅੰਮ੍ਰਿਤਸਰ ਤੋਂ 6 ਵਾਰ ਐਮਪੀ ਰਹੇ ਕਾਂਗਰਸ ਦੇ ਸੀਨੀਅਰ ਆਗੂ ਆਰਐਲ ਭਾਟੀਆ ਦਾ ਦੇਹਾਂਤ। 100 ਸਾਲ ਦੀ ਉਮਰ ਦੇ ਵਿੱਚ ਲਏ ਆਖਰੀ ਸਾਹ। ਕੇਰਲ ਤੇ ਬਿਹਾਰ ਦੇ ਰਾਜਪਾਲ ਵੀ ਰਹੇ ਸਨ ਆਰਐਲ ਭਾਟੀਆ। ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦੇਹਾਂਤ। ਕਰੋਨਾ ਦੇ ਨਾਲ ਰਿਕਵਰ ਹੋਣ ਤੋਂ ਬਾਅਦ ਮੁੜ ਵਿਗੜੀ ਸੀ ਤਬੀਅਤ। ਮੁੱਖ ਮੰਤਰੀ ਨੇ ਟਵੀਟ ਕਰਕੇ ਜਤਾਇਆ ਦੁੱਖ। ਪੰਜਾਬ 'ਚ ਕਰੋਨਾ ਦੀ ਦੂਜੀ ਲਹਿਰ ਦੇ ਮੱਠੀ ਪੈਣ ਦੇ ਸੰਕੇਤ। ਲੰਬੇ ਸਮੇਂ ਬਾਅਦ ਇੱਕ ਦਿਨ ਦੇ ਵਿੱਚ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਨਵੇਂ ਮਰੀਜ਼ਾਂ ਤੋਂ ਜ਼ਿਆਦਾ, ਪਰ ਮੌਤਾਂ ਦਾ ਅੰਕੜਾ ਅਜੇ ਵੀ ਚਿੰਤਾਜਨਕ। 24 ਘੰਟੇ 'ਚ 180 ਮਰੀਜ਼ਾਂ ਦੀ ਮੌਤ। ਪੰਜਾਬ ਦੇ ਪਿੰਡਾਂ 'ਚ ਫੈਲ ਰਹੇ ਕਰੋਨਾ ਤੇ ਸੀਐਮ ਕੈਪਟਨ ਨੇ ਜਤਾਈ ਚਿੰਤਾ। ਲੋਕਾਂ ਨੂੰ ਠੀਕਰੀ ਪਹਿਰੇ ਲਗਾਉਣ ਦੀ ਦਿੱਤੀ ਸਲਾਹ। ਬੋਲੇ ਸਿਰਫ ਨੈਗੇਟਿਵ ਬਾਹਰੀ ਲੋਕਾਂ ਨੂੰ ਹੀ ਦਾਖਲ ਹੋਣ ਦੀ ਦਿਓ ਇਜਾਜ਼ਤ। ਕੇਂਦਰ ਨੇ ਵੈਕਸੀਨ ਦੇ ਪ੍ਰੋਡਕਸ਼ਨ ਦਾ ਰੋਡਮੈਪ ਕੀਤਾ ਜਾਰੀ। ਦਸੰਬਰ ਤੱਕ ਦੇਸ਼ ਦੇ ਵਿੱਚ ਉਪਲਬਧ ਹੋਵੇਗੀ ਕਰੀਬ 300 ਕਰੋੜ ਡੋਜ਼। ਵੈਕਸੀਨ ਦੇ ਜ਼ਿਆਦਾ ਤੋਂ ਜ਼ਿਆਦਾ ਉਤਪਾਦਨ ਤੇ ਸਰਕਾਰ ਦੇ ਰਹੀ ਜ਼ੋਰ। ਗੁਰਦਾਸਪੁਰ ਦੇ ਵਿੱਚ ਵੈਂਟੀਲੇਟਰ ਨੂੰ ਲੈ ਕੇ ਛਿੜਿਆ ਵਿਵਾਦ। ਸਟਾਫ ਨਾ ਹੋਣ ਕਾਰਨ 6 ਦੇ ਵਿੱਚੋਂ 4 ਵੈਂਟੀਲੇਟਰ ਭੇਜੇ ਗਏ ਲੁਧਿਆਣਾ। ਬੀਜੇਪੀ ਨੇ ਚੁੱਕੇ ਸਵਾਲ। ਕੁਰੂਕਸ਼ੇਤਰ ਦੇ ਵਿੱਚ ਜੇਜੇਪੀ ਵਿਧਾਇਕ ਦਾ ਕਿਸਾਨਾਂ ਨੇ ਕੀਤਾ ਜ਼ਬਰਦਸਤ ਵਿਰੋਧ। ਭਾਰੀ ਪੁਲਿਸ ਬਲ ਨੇ ਰਾਮਕਰਨ ਕਾਲਾ ਨੂੰ ਬਚਾ ਕੇ ਕੀਤਾ ਰਵਾਨਾ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੇ ਬੀਜੇਪੀ ਤੇ ਜੇਜੇਪੀ ਦੇ ਆਗੂਆਂ ਦਾ ਕੀਤਾ ਹੋਇਆ ਹੈ ਬਾਈਕਾਟ। ਤੇ ਲੁਧਿਆਣਾ 'ਚ ਤਲਾਅ 'ਚ ਡੁੱਬੇ 5 ਬੱਚੇ। ਬਚਾਉਣ ਗਏ ਇੱਕ ਸ਼ਖਸ ਦੀ ਵੀ ਡੁੱਬਣ ਦੇ ਨਾਲ ਮੌਤ। ਮੁੱਖ ਮੰਤਰੀ ਨੇ ਜਤਾਇਆ ਦੁੱਖ। ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ 50-50 ਹਜ਼ਾਰ ਦੀ ਆਰਥਿਕ ਮਦਦ ਦਾ ਐਲਾਨ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਆਰਐਲ ਭਾਟੀਆ ਦਾ ਦੇਹਾਂਤ ਹੋ ਗਿਆ। ਜੀ ਹਾਂ, ਸੀਨੀਅਰ ਕਾਂਗਰਸੀ ਆਗੂ ਆਰਐਲ ਭਾਟੀਆ ਦਾ ਦੇਹਾਂਤ ਹੋਇਆ। 6 ਵਾਰ ਉਹ ਐਮਪੀ ਰਹੇ ਨੇ। ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਆਰਐਲ ਭਾਟੀਆ ਤੇ ਉਹਨਾਂ ਨੇ ਹੁਣ ਆਖਰੀ ਸਾਹ ਲਏ ਨੇ। ਲੰਬੇ ਸਮੇਂ ਤੋਂ ਬਿਮਾਰੀ ਤੋਂ ਪੀੜਤ ਸੀ। ਤੁਹਾਨੂੰ ਦੱਸ ਦਈਏ ਕਿ ਉਮਰ 100 ਸਾਲ ਦੀ ਸੀ ਆਰਐਲ ਭਾਟੀਆ ਦੀ। 100 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ। ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ 100 ਸਾਲ ਦੀ ਉਮਰ ਤੱਕ ਪਹੁੰਚ ਸਕਣ। ਆਰਐਲ ਭਾਟੀਆ ਦਾ ਦੇਹਾਂਤ ਹੋਇਆ। ਅੰਮ੍ਰਿਤਸਰ ਤੋਂ 6 ਵਾਰ ਉਹ ਐਮਪੀ ਰਹੇ ਨੇ। ਕੇਰਲ ਅਤੇ ਬਿਹਾਰ ਦੇ ਰਾਜਪਾਲ ਵੀ ਆਰਐਲ ਭਾਟੀਆ ਰਹਿ ਚੁੱਕੇ ਨੇ। ਹੁਣ ਉਹਨਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਕਿ ਕਾਫੀ ਲੰਬੇ ਸਮੇਂ ਤੋਂ ਬਿਮਾਰ ਦੱਸੇ ਜਾ ਰਹੇ ਨੇ। ਰੁਕ ਕਰਦੇ ਹਾਂ ਰਾਜੀਵ ਸ਼ਰਮਾ, ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਸਾਡੇ ਨਾਲ ਨੇ। ਰਾਜੀਵ, ਅੰਮ੍ਰਿਤਸਰ ਦੀ ਸਿਆਸਤ ਦਾ ਇੱਕ ਵੱਡਾ ਨਾਮ ਆਰਐਲ ਭਾਟੀਆ, ਉਹਨਾਂ ਦਾ ਦੇਹਾਂਤ ਹੋਇਆ। ਕਦੋਂ ਤੋਂ ਬਿਮਾਰ ਸੀ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? जी बिल्कुल गौरव, जेकर असीं राजनीति का थंम या फिर सियासत का असीं जिस तरह बाबा बोर्ड भी कहीए तो गलत नहीं होएगा, तो एक वड्डा नाम सी उन्हां दा। और अमृतसर के संसद बहुत बार रहे ने। तो नवजोत सिंह सिद्धू भी जदों अमृतसर के संसद बने दा आरएल भाटिया नूं उन्होंने हराया सी। उस तो बाद नवजोत सिंह सिद्धू की सियासी जिहड़ी असीं कह सकते हैं कि पारी की शुरुआत हुई सी। तो काफ़ी देर तो बीमार भी चल रहे सन और कुछ देर पहला ही जो अमृतसर ਦੇ ਨਾਲ ਸੰਬੰਧਿਤ ਗਰੁੱਪਸ ਨੇ ਸੋਸ਼ਲ ਮੀਡੀਆ ਉਹਦੇ ਉੱਪਰ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਦਾ ਦੇਹਾਂਤ ਹੋਇਆ। ਔਰ ਜੋ ਆਰਐਲ ਭਾਟੀਆ ਦੀ ਜਿਹੜੀ ਕਰੋਨਾ ਦੀ ਰਿਪੋਰਟ ਵੀ ਪੋਜ਼ਿਟਿਵ ਦੱਸੀ ਜਾ ਰਹੀ ਹੈ। ਤਾਂ 99 ਸਾਲ ਦੀ ਉਮਰ ਦੇ ਵਿੱਚ ਇਸ ਤਰੀਕੇ ਦੇ ਨਾਲ ਉਹਨਾਂ ਦਾ ਦੇਹਾਂਤ ਹੋਣਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਲਈ ਇੱਕ ਵੱਡਾ ਨੁਕਸਾਨ ਹੈ, ਕਿਉਂਕਿ ਬਹੁਤ ਸਾਰੇ ਸਿਆਸਤਦਾਨ ਜਿਹੜੇ ਨੇ ਉਹ ਅੱਜ ਵੀ ਉਹਨਾਂ ਦੇ ਕੋਲ ਜਾਂਦੇ ਸੀ। ਉਹਨਾਂ ਦੇ ਕੋਲੋਂ ਜਿਹੜੇ ਸਿਆਸਤ ਦੇ ਦਾਅ ਪੇਚ ਨੇ ਉਹ ਸਿੱਖਦੇ ਸੀ। ਤਾਂ ਆਰਐਲ ਭਾਟੀਆ ਜੋ ਹੈ ਉਹ ਆਖਰੀ ਤੱਕ ਵੀ ਆਪਣੇ ਘਰ ਦੇ ਵਿੱਚ ਜੋ ਹੈ ਉਹ ਸਿਆਸੀ ਜਿਹੜੇ ਉਹਨਾਂ ਦੇ ਅਸੀਂ ਕਹਿ ਸਕਦੇ ਕਿ ਬਹੁਤ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਵੱਡੇ ਨਾਮ ਨੇ ਉਹ ਉਹਨਾਂ ਦੇ ਸ਼ਾਗਿਰਦ ਰਹੇ ਨੇ। ਤਾਂ ਉਹਨਾਂ ਦੇ ਵਿੱਚ ਬਹੁਤ ਭਾਵੇਂ ਉਹ ਡਾਕਟਰ ਰਾਜਕੁਮਾਰ ਵੇਰਕਾ ਹੋਣ, ਕਈ ਐਸੇ ਨਾਮ ਨੇ ਜਿਹੜੇ ਕਿ ਕਿਸੇ ਵੀ ਜੇਕਰ ਉਹਨਾਂ ਨੂੰ ਜ਼ਰੂਰਤ ਹੁੰਦੀ ਸੀ ਤਾਂ ਉਹ ਆਰਐਲ ਭਾਟੀਆ ਦੇ ਕੋਲੋਂ ਸਲਾਹ ਲੈਣ ਦੇ ਲਈ ਜਾਂਦੇ ਸੀ। ਤਾਂ ਇੱਕ ਅਸੀਂ ਕਹਿ ਸਕਦੇ ਕਿ ਬਹੁਤ ਵੱਡਾ ਨਾਮ ਸੀ ਉਹਦਾ ਦਾ। ਤਾਂ ਆਰਐਲ ਭਾਟੀਆ ਅੱਜ ਇਹ ਖਬਰ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਕਿ ਉਹ ਇਸ ਦੁਨੀਆ ਦੇ ਵਿੱਚ नहीं रहे, पर ਇਹ ਜ਼ਰੂਰ ਨਾਲ ਨਾਲ ਗੱਲ ਜਿਹੜੀ ਕਹਿਣੀ ਬਣਦੀ ਹੈ ਕਿ ਇੰਨੀ ਉਮਰ ਜਿਹੜੀ ਹੈ ਉਹ ਵੀ ਜੋ ਹੈ ਪਰਮਾਤਮਾ ਕਿਸੇ ਨੂੰ ਹੀ ਬਖਸ਼ਦਾ ਹੈ। ਤਾਂ ਉਹਨਾਂ ਨੇ ਇਸ ਉਮਰ ਦੇ ਵਿੱਚ ਬਹੁਤ ਵੱਡੇ ਮੁਕਾਮ ਹਾਸਲ ਕੀਤੇ। ਅੰਮ੍ਰਿਤਸਰ ਦੇ सांसद होने के नाल 2 बार वो राजपाल भी रहे 2 राज्यों के।
ਤਾਂ ਅੱਜ ਜੋ ਹੈ ਆਰਐਲ ਭਾਟੀਆ ਨੇ ਆਖਰੀ ਸਾਹ ਜੋ ਨੇ ਉਹ ਆਪਣੇ ਅੰਮ੍ਰਿਤਸਰ ਜੋ ਉਹਨਾਂ ਦਾ ਜੋ ਜੱਦੀ ਅਸੀਂ ਕਹਿ ਸਕਦੇ ਜਿੱਥੇ ਉਹਨਾਂ ਨੇ ਜਿਸ ਥਾਂ ਤੇ ਜਨਮ ਲਿਆ ਸੀ, ਜਿਸ ਘਰ ਦੇ ਵਿੱਚ ਉਹਨਾਂ ਨੇ ਕਈ ਸਾਲ ਗੁਜ਼ਾਰੇ, ਤਾਂ ਉੱਥੇ ਹੀ ਉਹਨਾਂ ਨੇ ਆਖਰੀ ਸਾਹ ਲਏ। ਜੀ ਗੌਰਵ। ਸ਼ੁਕਰੀਆ, ਧੰਨਵਾਦ ਰਾਜੀਵ ਇਸ ਪੂਰੀ ਜਾਣਕਾਰੀ ਦੇ ਲਈ। ਸਿਆਸੀ ਤੌਰ ਦੇ ਉੱਤੇ ਇੱਕ ਵੱਡਾ ਕੱਦ ਆਰਐਲ ਭਾਟੀਆ ਦਾ ਤੇ ਵੱਡੇ ਸਿਆਸਤਦਾਨ, ਕਿਉਂਕਿ 6 ਵਾਰ ਉਹ ਐਮਪੀ ਰਹੇ, ਰਾਜਪਾਲ ਦੀ ਭੂਮਿਕਾ ਦੇ ਵਿੱਚ ਰਹੇ, 2 ਵਾਰ ਕੇਰਲਾ ਤੇ ਬਿਹਾਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ 100 ਸਾਲ ਦੀ ਉਮਰ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਵੈਂਟੀਲੇਟਰਸ ਦੀ ਹੋਏਗੀ। ਵੈਂਟੀਲੇਟਰ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਵਿਵਾਦ ਥੰਮਣ ਦਾ ਨਾਮ ਨਹੀਂ ਲੈ ਰਿਹਾ। ਹੁਣ ਖਬਰ ਗੁਰਦਾਸਪੁਰ ਤੋਂ ਹੈ, ਜਿੱਥੇ ਵੈਂਟੀਲੇਟਰ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਦਰਅਸਲ 6 ਦੇ ਵਿੱਚੋਂ 4 ਵੈਂਟੀਲੇਟਰ ਲੁਧਿਆਣਾ ਭੇਜ ਦਿੱਤੇ ਗਏ, ਜਿਸ ਦੇ ਉੱਤੇ ਹੁਣ ਸਵਾਲ ਚੁੱਕੇ ਜਾ ਰਹੇ ਨੇ। ਗੁਰਦਾਸਪੁਰ ਦੇ ਵੈਂਟੀਲੇਟਰ ਲੁਧਿਆਣਾ ਭੇਜਣ ਦੇ ਉੱਤੇ ਵਿਵਾਦ ਹੋਇਆ। ਕੁੱਲ 6 ਵੈਂਟੀਲੇਟਰਸ ਦੇ ਵਿੱਚੋਂ 4 ਨੂੰ ਲੁਧਿਆਣਾ ਭੇਜਿਆ ਗਿਆ। ਇਹਨਾਂ ਦੇ ਵਿੱਚੋਂ 2 ਵੈਂਟੀਲੇਟਰ ਐਮਪੀ ਸਨੀ ਦਿਓਲ ਨੇ ਭੇਜੇ ਸਨ। ਵੈਂਟੀਲੇਟਰ ਲੁਧਿਆਣਾ ਭੇਜਣ ਤੇ ਬੀਜੇਪੀ ਨੇ ਸਵਾਲ ਚੁੱਕੇ ਨੇ ਕਿ ਆਖਿਰ ਕਿਉਂ ਗੁਰਦਾਸਪੁਰ ਦੇ ਲੋਕਾਂ ਦੇ ਲਈ ਜਿਹੜੀ ਚੀਜ਼ ਭੇਜੀ ਗਈ, ਜੋ ਉੱਥੇ ਜ਼ਰੂਰੀ ਸੀ ਲੋਕਾਂ ਦੇ ਲਈ, ਉਸ ਨੂੰ ਲੁਧਿਆਣਾ ਕਿਉਂ ਭੇਜ ਦਿੱਤਾ ਗਿਆ। ਕਿ ਵਾਕਈ ਵੈਂਟੀਲੇਟਰ ਚਲਾਉਣ ਵਾਲੇ ਸ਼ਖਸ ਨਹੀਂ ਸੀ, ਸਟਾਫ ਨਹੀਂ ਸੀ, ਇਸ ਕਰਕੇ ਅਜਿਹਾ ਕੋਈ ਫੈਸਲਾ ਲੈਣਾ ਪਿਆ ਹੈ। ਖੈਰ, ਐਮਪੀ ਸਨੀ ਦਿਓਲ ਦਾ ਜ਼ਿਕਰ ਹੋ ਰਿਹਾ। ਉਹਨਾਂ ਨੇ 2 ਵੈਂਟੀਲੇਟਰ ਭੇਜੇ ਸੀ ਆਪਣੇ ਹਲਕੇ ਨੂੰ, ਗੁਰਦਾਸਪੁਰ ਤੋਂ ਲੋਕ ਸਭਾ सांसद ने। ਤੇ ਦੂਜਾ ਇਹ ਵੀ ਪੁਆਇੰਟ ਕਿ ਇਸ ਤੋਂ ਪਹਿਲਾਂ ਇੱਕ ਐਂਬੂਲੈਂਸ ਨੂੰ ਲੈ ਕੇ ਵੀ ਵਿਵਾਦ ਹੋਇਆ ਸੀ, ਜੋ ਉਹਨਾਂ ਦੇ ਵੱਲੋਂ ਭੇਜੀ ਗਈ ਸੀ ਆਪਣੇ ਹਲਕੇ ਦੇ ਵਿੱਚ ਪਠਾਨਕੋਟ ਦੇ ਵਿੱਚ, ਤੇ ਉਸ ਐਂਬੂਲੈਂਸ ਨੂੰ ਨੰਗਲ ਭੇਜ ਦਿੱਤਾ ਗਿਆ ਸੀ ਰੋਪੜ ਦੇ ਵਿੱਚ। ਤਾਂ ਉਸ ਨੂੰ ਲੈ ਕੇ ਵੀ ਇਤਰਾਜ਼ ਜਤਾਇਆ ਗਿਆ ਸੀ ਉਹਨਾਂ ਦੇ ਨੁਮਾਇੰਦਿਆਂ ਦੇ ਵੱਲੋਂ, ਸਨੀ ਦਿਓਲ ਦੇ ਵੱਲੋਂ। ਤੇ ਹੁਣ ਸਨੀ ਦਿਓਲ ਦੇ ਵੱਲੋਂ ਜੋ ਭੇਜੇ ਗਏ ਵੈਂਟੀਲੇਟਰ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਲੁਧਿਆਣਾ, ਜਿਸ ਦੇ ਉੱਤੇ ਇੱਕ ਵਾਰ ਫਿਰ ਤੋਂ ਵਿਵਾਦ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ। ਐਸਾ ਤੁਹਾਡੇ ਕੋਲ ਕਿੰਨੇ ਮੌਜੂਦਾ ਵੈਂਟੀਲੇਟਰ ਹੈਗੇ ਨੇ ਜਿਹੜੇ ਕੰਮ ਕਰ ਰਹੇ ਨੇ? ਮੌਜੂਦਾ ਵੈਂਟੀਲੇਟਰ ਇਸ ਵੇਲੇ ਸਿਵਲ ਹਸਪਤਾਲ ਗੁਰਦਾਸਪੁਰ 'ਚ 2 ਨੇ। 4 ਵੈਂਟੀਲੇਟਰ ਸਾਡੇ ਕੋਲ ਹੋਰ ਸੀਗੇ, ਉਹ ਅਸੀਂ ਹੁਣੇ ਹੀ ਲੁਧਿਆਣਾ ਜ਼ਿਆਦਾ ਜ਼ਰੂਰਤ ਸੀ, AL3 ਇੰਸਟੀਚਿਊਟ ਉੱਥੇ ਜ਼ਿਆਦਾ ਨੇ, ਤੇ DC ਸਾਹਿਬ ਦੇ ਕਹਿਣ ਤੇ ਅਸੀਂ ਪਰਮਿਸ਼ਨ ਲੈ ਕੇ 4 ਜਿਹੜੇ ਲੁਧਿਆਣਾ ਸਿਵਲ ਸਰਜਨ ਨੂੰ ਸ਼ਿਫਟ ਕੀਤੇ। ਜਿਹੜੇ ਤੁਹਾਡੇ ਕੋਲ 2 ਪਏ ਹੋਏ ਆ ਇਸ ਵੇਲੇ, ਉਹ ਕੰਮ ਕਰ ਰਹੇ ਆ ਜਾਂ ਕਿਤੇ ਇਸਤੇਮਾਲ 'ਚ ਆ ਰਹੇ ਆ? ਨਹੀਂ, ਇਸਤੇਮਾਲ 'ਚ ਨਹੀਂ ਆ ਰਹੇ। ਉਹਨਾਂ ਨੂੰ ਇਸਤੇਮਾਲ ਕਰਨ ਲਈ ਨਾ ਸਟਾਫ ਸਾਨੂੰ ਚਾਹੀਦਾ, ਸਾਡੇ ਕੋਲ ਸਟਾਫ ਦੀ ਸ਼ਾਰਟੇਜ ਚੱਲ ਰਹੀ ਹੈ। ਇਹ ਜਿਹੜੇ 2 ਵੈਂਟੀਲੇਟਰ ਪੰਜਾਬ ਸਰਕਾਰ ਵੱਲੋਂ ਆਏ ਕਿ ਸੈਂਟਰ ਗਵਰਨਮੈਂਟ ਵੱਲੋਂ? ਨਹੀਂ, ਇਹ ਸਾਡੇ ਕੋਲ ਡੋਨੇਟਡ ਨੇ। रुक करते हैं गुरदासपुर तो साडे सहयोगी इस समय फोन लाइन ते साडे नाल ने बिशंबर बिट्टू। बिशंबर, जानना चाहांगे पूरा मामला समझाओ कि 6 ਦੇ ਵਿੱਚੋਂ 4 ਕਿਉਂ ਭੇਜ ਦਿੱਤੇ ਗਏ ਵੈਂਟੀਲੇਟਰ ਲੁਧਿਆਣਾ? ਲੋਕਾਂ ਨੂੰ ਦਿੱਕਤ ਪਠਾਨਕੋਟ 'ਚ ਵੀ, ਗੁਰਦਾਸਪੁਰ 'ਚ ਵੀ, ਬਟਾਲਾ ਦੇ ਵਿੱਚ ਵੀ ਲਾਜ਼ਮੀ ਤੌਰ ਤੇ ਹੋਏਗੀ, ਜਿਨ੍ਹਾਂ ਨੂੰ ਜ਼ਰੂਰਤ ਹੋਏਗੀ, ਜਾਂ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੈ ਸਕਦੀ ਹੈ। ਕੀ ਪ੍ਰਸ਼ਾਸਨ ਦਾ ਤਰਕ ਹੈ? ਜੀ ਗੌਰਵ, ਬਿਲਕੁਲ ਜੀ, ਵੈਂਟੀਲੇਟਰ ਨੂੰ ਲੈ ਕੇ ਜਿਹੜੀ ਸਿਆਸਤ ਪੂਰੀ ਤਰ੍ਹਾਂ ਪੰਜਾਬ 'ਚ ਗਰਮਾਈ ਹੋਈ ਹੈ। ਹੁਣ ਇਹ ਸਿਆਸਤ ਦਾ ਸ਼ੇਪ ਜਿਹੜਾ ਗੁਰਦਾਸਪੁਰ 'ਚ ਵੀ ਦਿਖਾਈ ਦੇ ਰਿਹਾ। ਜੋ ਗੁਰਦਾਸਪੁਰ 'ਚ 6 ਵੈਂਟੀਲੇਟਰ ਸੀ, ਜਿਨ੍ਹਾਂ ਵਿੱਚੋਂ 2 ਵੈਂਟੀਲੇਟਰ ਸਨੀ ਦਿਓਲ ਬਣਾ ਦਿੱਤੇ ਸੀ, ਤੇ ਜੋ ਐਸਐਸਏ ਨੇ ਬਣਾਏ ਜੋ ਸਮਾਜ ਸੇਵੀ ਕੋਈ ਵੈਂਟੀਲੇਟਰ ਉਹਨਾਂ ਭੇਜੇ ਸੀ, ਕੋਈ ਸਮਾਜ ਸੇਵੀ ਕਰਕੇ ਇਸ ਤਰ੍ਹਾਂ 6 ਵੈਂਟੀਲੇਟਰ ਸੀ। ਲੇਕਿਨ ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਦੀ ਜੋ ਪਹਿਲੀ ਲਹਿਰ ਚੱਲੀ ਹੈ, ਉਸ ਤੋਂ ਬਾਅਦ ਇਹ ਵੈਂਟੀਲੇਟਰ ਮਤਲਬ ਬਿਨਾਂ ਵਰਤੀਆਂ ਇਦਾਂ ਹੀ ਗੁਰਦਾਸਪੁਰ ਪਏ ਸੀਗਾ। ਉਹ ਜਦੋਂ ਚੱਲਦੇ 4 ਵੈਂਟੀਲੇਟਰ ਇਹਨਾਂ ਨੂੰ ਲੁਧਿਆਣੇ ਭੇਜਦੇ, 2 ਵੈਂਟੀਲੇਟਰ ਗੁਰਦਾਸਪੁਰ 'ਚ ਫਿਲਹਾਲ ਮੌਜੂਦ ਨੇ, ਜੋ ਕਿ ਉਹਨਾਂ ਨੂੰ ਚਲਾਉਣ ਵਾਸਤੇ ਇਹਨਾਂ ਕੋਲ ਜਿਹੜਾ ਸਿਵਲ ਹਸਪਤਾਲ ਅਧਿਕਾਰੀ ਨੇ ਉਹਨਾਂ ਕੋਲ ਕੋਈ ਸਟਾਫ ਮੌਜੂਦ ਨਹੀਂਗਾ। ਜਦੋਂ ਚੱਲਦੇ ਆ ਜਿਹੜਾ ਰੋਪੜ ਲਾਉਣ ਦਾ ਹੁਣ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਦੀ ਕੱਲ ਇੱਕ ਮੀਟਿੰਗ ਹੋਈ, ਉਹਨਾਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਇਹ ਜਿਹੜੇ ਵੈਂਟੀਲੇਟਰ ਨੇ ਜੋ ਗੁਰਦਾਸਪੁਰ ਜੋ ਸਨੀ ਦਿਓਲ ਦਿੱਤੇ ਸੀ, ਉਹ ਕਿਉਂ ਭੇਜੇ ਗਏ ਲੁਧਿਆਣਾ, ਜਦੋਂ ਕਿ ਗੁਰਦਾਸਪੁਰ 'ਚ ਵੈਂਟੀਲੇਟਰ ਚਲਾਉਣ ਵਾਸਤੇ ਟ੍ਰੇਨ ਇੱਕ ਸਟਾਫ ਦੀ ਜ਼ਰੂਰਤ ਹੈ, ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਟ੍ਰੇਨ ਸਟਾਫ ਦਿੱਤਾ ਜਾਵੇ ਇਹਨੂੰ। ਲੇਕਿਨ ਉਧਰ ਦੂਜੇ ਬੰਨੇ ਸਿਵਲ ਸਰਜਨ ਗੁਰਦਾਸਪੁਰ ਨੇ ਜਦੋਂ ਗੱਲ ਕੀਤੀ ਭਜਣਾ, ਉਹਨਾਂ ਦਾ ਕਹਿ ਰਿਹਾ ਜੀ ਲੋਕਾਂ ਦੀ ਭਲਾਈ ਵਾਸਤੇ ਵੈਂਟੀਲੇਟਰ ਲੁਧਿਆਣੇ ਭੇਜੇ ਨੇ, ਜਦੋਂ ਕਿ ਬੀਜੇਪੀ ਵਾਲੇ ਮੰਗ ਕਰ ਰਹੇ ਨੇ ਵੀ ਵੈਂਟੀਲੇਟਰ ਜਿਹੜੇ ਭੇਜਣੇ ਬਿਲਕੁਲ ਗਲਤ ਹੈ। ਜਦੋਂ ਕਿ ਗੁਰਦਾਸਪੁਰ ਵਿੱਚ ਵੈਂਟੀਲੇਟਰ ਦੀ ਜ਼ਰੂਰਤ ਆ, ਪਠਾਨਕੋਟ ਜ਼ਰੂਰਤ ਆ, ਇਸ ਤੋਂ ਇਲਾਵਾ ਸਾਡੇ ਬਟਾਲਾ ਏਡਾ ਵੱਡਾ ਜ਼ਿਲ੍ਹਾ ਇਹਦਾ ਵਿੱਚ ਵੈਂਟੀਲੇਟਰ ਦੀ ਜ਼ਰੂਰਤ ਆ। ਲੇਕਿਨ ਫਿਲਹਾਲ ਇਹਨਾਂ ਨੂੰ ਵੈਂਟੀਲੇਟਰਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਿਆਸਤ ਗਰਮਾਈ ਹੋਈ ਆ। ਲੇਕਿਨ ਜਦੋਂ ਇਹ ਤਰਕ ਦੇ ਰਹੇ ਹਸਪਤਾਲ ਅਧਿਕਾਰੀ ਕਿ ਵੈਂਟੀਲੇਟਰ ਅਸੀਂ ਸਨੀ ਦਿਓਲ ਨੂੰ ਪੁੱਛ ਕੇ ਭੇਜੇ ਨੇ, ਜਦੋਂ ਕਿ ਬੀਜੇਪੀ ਵਾਲੇ ਇਸ ਚੀਜ਼ ਦਾ ਰੋਪ ਲਾ ਰਹੇ ਨੇ ਬਿਨਾਂ ਸਨੀ ਦਿਓਲ ਨੂੰ ਪੁੱਛਿਆ ਨਾ ਵੈਂਟੀਲੇਟਰ ਭੇਜੇ ਨੇ। ਲੇਕਿਨ ਉਹ ਕਹਿੰਦੇ ਨੇ ਜੀ ਜੋ ਸਨੀ ਦਿਓਲ ਵਾਲੇ ਵੈਂਟੀਲੇਟਰ ਉਹ ਗੁਰਦਾਸਪੁਰ ਵਿੱਚ ਹੀ ਮੌਜੂਦ ਹੈ, ਅਸੀਂ ਦੂਸਰੇ ਵੈਂਟੀਲੇਟਰ ਭੇਜਣੇ, ਇਸ ਚੀਜ਼ ਨੂੰ ਲੈ ਕੇ ਗੁਰਦਾਸਪੁਰ 'ਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਆ। ਜੀ ਕਰੋ। ਚਲੋ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਹੈਰਾਨ ਕਰਨ ਵਾਲਾ ਮਾਮਲਾ ਜ਼ਰੂਰ ਹੈ ਕਿ ਸਨੀ ਦਿਓਲ ਦੇ ਕਿਹੜੇ ਵੈਂਟੀਲੇਟਰ ਸੀ ਤੇ ਦੂਜੇ ਕਿਹੜੇ ਵੈਂਟੀਲੇਟਰ ਸੀ। ਖੈਰ, ਲੋਕਾਂ ਦੀ ਜਿਸ ਦੇ ਨਾਲ ਜਾਨ ਬਚ ਜਾਵੇ, ਉਹ ਕਿਸੇ ਦੇ ਵੱਲੋਂ ਵੀ ਦਿੱਤੇ ਹੋਣ, ਕਿਸੇ ਵੀ ਥਾਂ ਦੇ ਉੱਤੇ ਹੋਣ, ਉਹਨਾਂ ਦੇ ਲਈ ਕਾਫੀ ਹੈ। ਪਰ ਕੀ ਵਾਕਈ ਲੁਧਿਆਣਾ ਭੇਜੇ ਜਾਣੇ ਚਾਹੀਦੇ ਸੀ? ਕਿਉਂਕਿ ਗੁਰਦਾਸਪੁਰ ਦੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਟ੍ਰਾਂਸਫਰ ਤਾਂ ਕੀਤਾ ਜਾਂਦਾ ਅੰਮ੍ਰਿਤਸਰ GNDU ਦੇ ਵਿੱਚ,
ਜੇ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਕੀਤਾ ਜਾਂਦਾ ਸ਼ਿਫਟ ਤਾਂ ਫਿਰ ਕਿਉਂ ਭੇਜ ਦਿੱਤੇ ਗਏ ਲੁਧਿਆਣਾ? ਇਹ ਇੱਕ ਵੱਡਾ ਸਵਾਲ ਜ਼ਰੂਰ ਹੈ। ਖੈਰ ਇਸ ਪੂਰੇ ਮਾਮਲੇ ਦੇ ਉੱਤੇ ਹੁਣ ਪ੍ਰਸ਼ਾਸਨ ਅੱਗੇ ਕਿਸ ਤਰੀਕੇ ਨਾਲ ਤਰਕ ਦਿੰਦਾ ਹੈ ਉਹ ਦੇਖਣ ਲਾਇਕ ਗੱਲ ਜ਼ਰੂਰ ਹੈ। ਕੇਂਦਰ ਸਰਕਾਰ ਨੇ ਵੈਕਸੀਨ ਪ੍ਰੋਡਕਸ਼ਨ ਅਤੇ ਸਪਲਾਈ ਦਾ ਰੋਡਮੈਪ ਜਾਰੀ ਕੀਤਾ ਹੈ। ਦਸੰਬਰ ਤੱਕ ਦੇਸ਼ ਦੇ ਵਿੱਚ ਵੈਕਸੀਨ 300 ਕਰੋੜ ਤੋਂ ਜ਼ਿਆਦਾ ਡੋਜ਼ ਮੁਹੱਈਆ ਹੋਵੇਗੀ। 4 ਕੰਪਨੀਆਂ ਦੇ ਵਿੱਚ ਕੋਵੈਕਸਿਨ ਅਤੇ 6 ਕੰਪਨੀਆਂ ਦੇ ਵਿੱਚ ਸਪੁਤਨਿਕ ਵੈਕਸੀਨ ਦਾ ਪ੍ਰੋਡਕਸ਼ਨ ਹੋਵੇਗਾ। ਦੇਸ਼ ਦੇ ਵਿੱਚ ਟੀਕਾਕਰਨ ਦੇ ਵੱਲੋਂ ਨਵੇਂ ਰਿਕਾਰਡ ਕਾਇਮ ਕੀਤੇ ਜਾ ਰਹੇ ਨੇ। ਦੇਸ਼ ਦੇ ਵਿੱਚ ਹੁਣ ਤੱਕ ਤਕਰੀਬਨ 18 ਕਰੋੜ ਕੋਰੋਨਾ ਰੋਕੂ ਟੀਕੇ ਲਗਾਏ ਜਾ ਚੁੱਕੇ ਨੇ। ਪੰਜਾਬ ਦੇ ਵਿੱਚ ਕੋਰੋਨਾ ਤੇ ਥੋੜੀ ਰਾਹਤ ਵਾਲੀ ਖਬਰ ਹੈ। ਇੱਕ ਦਿਨ ਦੇ ਵਿੱਚ ਰਿਕਵਰ ਮਰੀਜ਼ਾਂ ਦੀ ਗਿਣਤੀ ਨਵੇਂ ਕੇਸਿਸ ਤੋਂ ਜ਼ਿਆਦਾ ਆਈ ਹੈ, ਯਾਨੀ 24 ਘੰਟੇ ਦੇ ਵਿੱਚ 8000 ਤੋਂ ਜ਼ਿਆਦਾ ਨਵੇਂ ਕੇਸ ਨੇ, ਜਦਕਿ 8400 ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋਏ। ਸੂਬੇ ਦੇ ਵਿੱਚ ਮੌਤਾਂ ਦਾ ਅੰਕੜਾ ਜ਼ਰੂਰ ਚਿੰਤਾਜਨਕ ਹੈ। ਇੱਕ ਦਿਨ ਦੇ ਵਿੱਚ 180 ਮਰੀਜ਼ਾਂ ਦੀ ਮੌਤ ਹੋ ਗਈ। ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ 23 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਦੇ ਨਾਲ ਵੱਧਦੀਆਂ ਮੌਤਾਂ ਤੇ ਕੈਪਟਨ ਫਿਕਰਮੰਦ ਨੇ। ਉਹਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਠਿਕਰੀ ਪਹਿਰੇ ਲਗਾਉਣ ਦੀ ਸਲਾਹ ਦਿੱਤੀ ਅਤੇ ਸਿਰਫ ਕੋਰੋਨਾ ਮੁਕਤ ਲੋਕਾਂ ਨੂੰ ਹੀ ਪਿੰਡ ਦੇ ਵਿੱਚ ਐਂਟਰੀ ਦੇਣ ਦੇ ਲਈ ਕਿਹਾ। ਹਰਿਆਣਾ ਦੇ ਵਿੱਚ 24 ਘੰਟੇ 'ਚ ਕੋਰੋਨਾ ਦੇ 10,000 ਤੋਂ ਜ਼ਿਆਦਾ ਨਵੇਂ ਕੇਸ ਦਰਜ ਕੀਤੇ ਗਏ ਨੇ, ਜਦਕਿ 164 ਮਰੀਜ਼ਾਂ ਦੀ ਮੌਤ ਹੋਈ ਹੈ। ਗੁਰੂਗ੍ਰਾਮ ਦੇ ਵਿੱਚ ਸਭ ਤੋਂ ਜ਼ਿਆਦਾ 2000 ਤੋਂ ਜ਼ਿਆਦਾ ਨਵੇਂ ਕੇਸ ਰਿਪੋਰਟ ਹੋਏ ਨੇ। ਹਿਮਾਚਲ ਦੇ ਵਿੱਚ 24 ਘੰਟਿਆਂ ਦੇ ਅੰਕੜਿਆਂ 'ਚ ਮਾਮੂਲੀ ਕਮੀ ਆਈ ਹੈ। ਸੂਬੇ 'ਚ 3044 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। 67 ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਨਾਲ ਹਿਮਾਚਲ 'ਚ ਪਿਛਲੇ 24 ਘੰਟਿਆਂ 'ਚ ਹੋਈ ਹੈ। ਜਲੰਧਰ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਇੱਕ ਸ਼ਖਸ ਲਾਸ਼ ਨੂੰ ਮੋਢੇ ਦੇ ਉੱਤੇ ਚੁੱਕ ਕੇ ਸ਼ਮਸ਼ਾਨ ਘਾਟ ਲਿਜਾਣ ਦੇ ਲਈ ਮਜਬੂਰ ਹੋ ਗਿਆ। ਮ੍ਰਿਤਕ ਦੀ ਕੋਰੋਨਾ ਦੇ ਨਾਲ ਜਾਨ ਚਲੀ ਗਈ ਸੀ, ਪਰ ਕਿਸੇ ਨੇ ਪਰਿਵਾਰ ਦੀ ਮਦਦ ਨਹੀਂ ਕੀਤੀ। ਮਜਬੂਰਨ ਲਾਸ਼ ਨੂੰ ਮੋਢੇ ਦੇ ਉੱਤੇ ਚੁੱਕ ਕੇ ਬਜ਼ੁਰਗ ਸ਼ਮਸ਼ਾਨ ਘਾਟ ਤੱਕ ਲੈ ਕੇ ਗਿਆ। ਅਜਿਹੀ ਇੱਕ ਤਸਵੀਰ ਹਿਮਾਚਲ ਦੇ ਕਾਂਗੜਾ ਤੋਂ ਵੀ ਸਾਹਮਣੇ ਆਈ ਹੈ, ਜਿੱਥੇ ਇੱਕ ਬੇਟਾ ਆਪਣੀ ਮਾਂ ਦੀ ਲਾਸ਼ ਨੂੰ ਮੋਢੇ ਦੇ ਉੱਤੇ ਚੁੱਕ ਕੇ ਸ਼ਮਸ਼ਾਨ ਘਾਟ ਲਿਜਾਣ ਨੂੰ ਮਜਬੂਰ ਹੋ ਗਿਆ ਸੀ। ਕੋਰੋਨਾ ਦੇ ਨਾਲ ਮਾਂ ਦੀ ਮੌਤ ਹੋ ਗਈ ਸੀ। ਪਿੰਡ ਦੇ ਲੋਕਾਂ ਨੇ ਸਾਥ ਛੱਡ ਦਿੱਤਾ। ਕਿਸੇ ਅੰਤਿਮ ਰਸਮਾਂ ਦੇ ਵਿੱਚ ਮਦਦ ਦੇ ਲਈ ਅੱਗੇ ਉਹ ਨਹੀਂ ਆਇਆ ਤਾਂ ਅਖੀਰ ਬੇਟੀ ਨੂੰ ਇਸ ਤਰ੍ਹਾਂ ਹੀ ਆਪਣੀ ਮਾਂ ਨੂੰ ਅੰਤਿਮ ਵਿਦਾਈ ਦੇਣੀ ਪਈ। ਬੀਜੇਪੀ ਨੇ ਇੱਕ ਵਾਰ ਫਿਰ ਕੈਪਟਨ ਸਰਕਾਰ ਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਹੈ। ਬੀਜੇਪੀ ਆਗੂ ਤਰੁਣ ਚੁੱਗ ਨੇ ਕਿਹਾ ਕਿ ਖਰਾਬੀ ਦਾ ਬਹਾਨਾ ਲਗਾ ਕੇ ਸਰਕਾਰ ਬਚਣਾ ਚਾਹੁੰਦੀ ਹੈ। ਮਹਾਮਾਰੀ 'ਚ ਸੀਐਮ ਨੂੰ ਜਨਤਾ ਦੀ ਜਾਨ ਦੀ ਕੋਈ ਪਰਵਾਹ ਨਹੀਂ ਹੈ। ਸਮਾਣਾ ਦੇ ਵਿੱਚ ਵੈਕਸੀਨ ਲਗਵਾਉਣ ਦੇ ਲਈ ਲੋਕਾਂ ਦੀ ਭੀੜ ਜੁਟ ਗਈ। ਵੈਕਸੀਨ ਲਗਵਾਉਣ ਦੇ ਲਈ ਕਾਲੇ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ। ਸੀਨੀਅਰ ਕਾਂਗਰਸੀ ਆਗੂ ਆਰਐਲ ਭਾਟੀਆ ਦਾ ਦੇਹਾਂਤ ਹੋ ਗਿਆ ਹੈ। 100 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ। ਆਰਐਲ ਭਾਟੀਆ ਅੰਮ੍ਰਿਤਸਰ ਤੋਂ 6 ਵਾਰ ਲੋਕ ਸਭਾ ਦੇ ਸੰਸਦ ਰਹਿ ਚੁੱਕੇ ਸਨ ਤੇ ਕੇਰਲ ਅਤੇ ਬਿਹਾਰ ਦੇ ਰਾਜਪਾਲ ਦੇ ਤੌਰ ਤੇ ਵੀ ਉਹਨਾਂ ਨੇ ਸੇਵਾਵਾਂ ਦਿੱਤੀਆਂ ਸਨ। ਉਹ ਲੰਬੇ ਸਮੇਂ ਤੋਂ ਬਿਮਾਰ ਸੀ। ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦੇਹਾਂਤ ਹੋ ਗਿਆ ਹੈ। ਕੋਰੋਨਾ ਦੇ ਨਾਲ ਰਿਕਵਰ ਹੋਣ ਤੋਂ ਬਾਅਦ ਉਹਨਾਂ ਦੀ ਤਬੀਅਤ ਦੁਬਾਰਾ ਵਿਗੜ ਗਈ ਸੀ। ਸੀਐਮ ਕੈਪਟਨ ਨੇ ਅਭੈ ਸਿੰਘ ਸੰਧੂ ਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਕੋਰੋਨਾ ਮਰੀਜ਼ਾਂ ਦੇ ਲਈ ਪੰਜਾਬ ਸਰਕਾਰ ਨੇ ਭੋਜਨ ਹੈਲਪਲਾਈਨ ਸ਼ੁਰੂ ਕੀਤੀ ਹੈ। ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਨੇ ਇਸ ਕੰਮ ਦਾ ਮੋਰਚਾ ਸੰਭਾਲਿਆ। ਮਰੀਜ਼ਾਂ ਦੇ ਲਈ ਖਾਣਾ ਤਿਆਰ ਕਰਵਾ ਲੋੜਵੰਦਾਂ ਦੇ ਘਰ ਪਹੁੰਚਾਇਆ ਜਾ ਰਿਹਾ ਹੈ। ਕੋਰੋਨਾ ਕਾਲ ਦੇ ਵਿੱਚ ਕਰਨਾਲ ਦੇ ਇੱਕ ਅਧਿਆਪਕ ਦਿਨੇਸ਼ ਚੌਧਰੀ ਨੇ ਚੰਗੀ ਪਹਿਲ ਕੀਤੀ ਹੈ। ਉਹਨਾਂ ਨੇ ਸਿਰਫ ਪੈਡ ਦੇ ਨਾਲ ਚਲਾਈ ਜਾ ਸਕਣ ਵਾਲੀ ਟੂਟੀ ਬਣਾਈ ਹੈ। ਦਿਨੇਸ਼ ਆਪਣੇ ਖਰਚੇ ਤੇ ਹਸਪਤਾਲ, ਬੱਸ ਸਟੈਂਡ ਸਣੇ ਕਈ ਥਾਵਾਂ ਤੇ ਇਹ ਟੈਬ ਲਗਵਾ ਵੀ ਰਹੇ ਨੇ। ਨਵਜੋਤ ਸਿੱਧੂ ਤੇ ਕਾਂਗਰਸ ਐਮਪੀ ਰਮਨੀਤ ਬਿੱਟੂ ਨੇ ਵੱਡਾ ਹਮਲਾ ਬੋਲਿਆ। ਬਿੱਟੂ ਮੁਤਾਬਕ ਸਿੱਧੂ ਦੀ ਐਕਸਪਾਇਰੀ ਡੇਟ ਆ ਚੁੱਕੀ ਹੈ ਤੇ ਉਹ ਜਲਦੀ ਹੀ ਪਾਰਟੀ ਬਦਲਣਗੇ, ਕਿਉਂਕਿ ਉਹਨਾਂ ਸਿਆਸੀ ਸਫ਼ਰ ਦਲ ਬਦਲੂ ਵਾਲਾ ਰਿਹਾ। ਨਵਜੋਤ ਸਿੱਧੂ ਦੇ ਕੈਪਟਨ ਸਰਕਾਰ ਤੇ ਹਮਲੇ ਲਗਾਤਾਰ ਜਾਰੀ ਨੇ। ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸਿੱਧੂ ਨੇ ਸਵਾਲ ਚੁੱਕੇ ਕਿ 6 ਸਾਲਾਂ ਬਾਅਦ ਵੀ ਨਵੀਂ ਐਸਆਈਟੀ ਦੀ ਜਾਂਚ ਕਿਉਂ ਉਡੀਕੀ ਜਾ ਰਹੀ ਹੈ। ਅਜੇ ਤੱਕ ਮੁੱਖ ਦੋਸ਼ੀ ਕਿਉਂ ਗ੍ਰਿਫਤਾਰ ਨਹੀਂ ਕੀਤੇ ਗਏ। ਰੋਪੜ ਦੇ ਪਿੰਡ ਸਰਥਲੀ ਤੋਂ ਵੀ ਕਿਸਾਨ ਦਿੱਲੀ ਮੋਰਚੇ ਦੇ ਲਈ ਰਵਾਨਾ ਹੋਏ ਨੇ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਹ ਅੰਦੋਲਨ ਖਤਮ ਨਹੀਂ ਕਰਨਗੇ। ਗੁਰਦਾਸਪੁਰ ਤੋਂ ਕਿਸਾਨਾਂ ਦਾ ਜੱਥਾ ਦਿੱਲੀ ਸੰਘਰਸ਼ ਦੇ ਲਈ ਰਵਾਨਾ ਹੋਇਆ। ਵੱਡੀ ਗਿਣਤੀ 'ਚ ਨੌਜਵਾਨਾਂ ਨੇ ਧਰਨੇ 'ਚ ਸ਼ਾਮਲ ਹੋਣ ਦੇ ਲਈ ਦਿੱਲੀ ਕੂਚ ਕੀਤਾ।
ਕੁਰੂਕਸ਼ੇਤਰ ਦੀ ਬਾਬੇਨ ਮੰਡੀ ਦੇ ਵਿੱਚ ਕਣਕ ਨਾ ਖਰੀਦੇ ਜਾਣ ਕਰਕੇ ਆੜ੍ਹਤੀ ਪਰੇਸ਼ਾਨ ਨੇ। ਆੜ੍ਹਤੀਆਂ ਨੇ ਸੁਪਰਵਾਈਜ਼ਰ ਤੋਂ ਕਣਕ ਖਰੀਦ ਦੇ ਵਿੱਚ ਮਨਮਾਨੀ ਰੋਕੇ ਜਾਣ ਦੀ ਅਪੀਲ ਕੀਤੀ। ਕਿਸਾਨ ਵੀ ਬਾਕੀ ਬਚੀ ਕਣਕ ਖਰੀਦੇ ਜਾਣ ਦੀ ਮੰਗ ਕਰ ਰਹੇ। ਕੁਰੂਕਸ਼ੇਤਰ ਦੇ ਵਿੱਚ ਜੇਜੇਪੀ ਵਿਧਾਇਕ ਰਾਮਕਰਨ ਕਾਲਾ ਦਾ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਝੜਪ ਹੋਈ। ਪੁਲਿਸ ਕਾਫੀ ਮੁਸ਼ੱਕਤ ਤੋਂ ਬਾਅਦ ਵਿਧਾਇਕ ਨੂੰ ਸੁਰੱਖਿਅਤ ਲਿਜਾਉਣ ਦੇ ਵਿੱਚ ਕਾਮਯਾਬ ਹੋਈ। ਲੁਧਿਆਣਾ 'ਚ 5 ਬੱਚੇ ਤਲਾਬ ਦੇ ਵਿੱਚ ਡੁੱਬ ਗਏ ਤੇ ਬੱਚਿਆਂ ਨੂੰ ਬਚਾਉਣ ਦੇ ਲਈ ਇੱਕ ਸ਼ਖਸ ਵੀ ਡੁੱਬ ਗਿਆ। 22 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਹੈ, ਜਿਨ੍ਹਾਂ ਦੇ ਵਿੱਚੋਂ 3 ਬੱਚੇ, ਇੱਕ ਸ਼ਖਸ ਦੀ ਲਾਸ਼ ਨੂੰ ਫੌਰੀ ਤੌਰ ਤੇ ਬਾਹਰ ਕੱਢ ਲਿਆ ਗਿਆ। 6 ਲੋਕਾਂ ਦੀ ਮੌਤ ਹੋਈ ਹੈ, 5 ਬੱਚਿਆਂ ਦੀ। ਪਟਿਆਲਾ ਦੇ ਮੈਡੀਕਲ ਕਾਲਜ ਤੋਂ ਚੋਰੀ ਹੋਏ ਟੈਸਿਲੀਜ਼ੁਬੇਨ ਦੇ 6 ਇੰਜੈਕਸ਼ਨ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਲਈ 3 ਮੈਂਬਰਾਂ ਦਾ ਇੱਕ ਪੈਨਲ ਬਣਾਇਆ ਗਿਆ ਹੈ। ਟੋਸਿਲੀਜ਼ੁਬੇਨ ਦੇ ਇੱਕ ਟੀਕੇ ਦੀ ਕੀਮਤ 30 ਤੋਂ ਲੈ ਕੇ 50,000 ਰੁਪਏ ਤੱਕ ਹੁੰਦੀ ਹੈ। ਅੰਮ੍ਰਿਤਸਰ ਦੇ ਵਿੱਚ ਪੁਲਿਸ ਨੇ ਫਲੈਗ ਮਾਰਚ ਕੱਢਿਆ ਤੇ ਤੈਅ ਸਮੇਂ ਤੋਂ ਬਾਅਦ ਵੀ ਖੁੱਲੀਆਂ ਦੁਕਾਨਾਂ ਨੂੰ ਬੰਦ ਕਰਵਾਇਆ। ਜਲੰਧਰ ਦੇ ਵਿੱਚ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਬਰਾਤ ਨੂੰ ਥਾਣੇ ਜਾਣਾ ਪਿਆ। 18 ਲੋਕ ਇੱਕ ਟੈਂਪੂ ਟਰੈਵਲਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਪੁਲਿਸ ਨੇ ਨਾਕੇ ਤੇ ਰੋਕਿਆ ਅਤੇ ਜੁਰਮਾਨਾ ਲਗਾਇਆ।